ਹੈਲੋ ਸਟੂਡੈਂਟਸ, ਅੱਜ ਆਪਾਂ ਪੰਜਾਬੀ ਦੇ ਕਵਿਤਾਵਾਂ ਵਿੱਚੋਂ ਕਾਵ ਕਥਾ ਸੰਵੇਦਨਾ ਬੁੱਕ ਵਿੱਚੋਂ ਸੁਰਜੀਤ ਪਾਤਰ ਬਾਰੇ ਪੜ੍ਹਾਂਗੇ। ਠੀਕ ਹੈ। ਸੁਰਜੀਤ ਪਾਤਰ ਇੱਕ ਬਹੁਤ ਵਧੀਆ ਰਾਈਟਰ ਹੈ ਜੋ ਕਿ ਅੱਜ ਦੇ ਟਾਈਮ 'ਚ ਵੀ ਪੜ੍ਹਿਆ ਜਾਂਦਾ ਹੈ ਅਤੇ ਅੱਜ ਵੀ ਉਹ ਜਦੋਂ ਕਵਿਤਾਵਾਂ ਲਿਖਦਾ ਹੈ, ਇੱਕ ਇੱਕ ਕਵਿਤਾ ਉਹਨਾਂ ਦੀ ਮੂੰਹ ਜਵਾਨੀ ਚੜ੍ਹਨ ਵਾਲੀ ਅਤੇ ਲੋਕਾਂ ਦੇ ਦਿਲਾਂ ਤੱਕ ਉਤਰਨ ਵਾਲੀ ਹੈ। ਤੁਸੀਂ YouTube 'ਤੇ ਵੀ ਸਰਚ ਕਰਕੇ ਦੇਖ ਸਕਦੇ ਹੋ ਕਿ ਸੁਰਜੀਤ ਪਾਤਰ ਬਾਰੇ ਬਹੁਤ ਕੁਝ ਮਿਲਦਾ ਹੈ। ਠੀਕ ਹੈ। ਸੁਰਜੀਤ ਪਾਤਰ ਸਮਕਾਲੀ ਦੌਰ ਦਾ ਇੱਕ ਸ੍ਰੇਸ਼ਟ ਕਵੀ ਸੀ। ਕੀ ਕਹਿ ਰਿਹਾ ਕਿ ਜਿਹੜਾ ਸੁਰਜੀਤ ਪਾਤਰ ਹੈ ਸਮਕਾਲੀ ਦੌਰ ਦਾ ਇੱਕ ਸ੍ਰੇਸ਼ਟ ਕਵੀ ਸੀ। ਸ੍ਰੇਸ਼ਟ ਮਤਲਬ ਅੱਜ ਦੇ ਟਾਈਮ 'ਚ ਉਹ ਕਹਿੰਦੇ ਨਾ ਕਿ ਹੈਗਾ ਹੈ। ਠੀਕ ਹੈ ਲਿਖਿਆ ਨਾ, ਸੁਰਜੀਤ ਪਾਤਰ ਸਮਕਾਲੀ ਦੌਰ ਦਾ ਇੱਕ ਸ੍ਰੇਸ਼ਟ ਕਵੀ ਹੈ। ਕਵੀ ਹੈ ਦਾ ਮਤਲਬ ਕਿ ਅੱਜ ਦੇ ਪ੍ਰੈਜ਼ੈਂਟ ਟਾਈਮ 'ਚ ਉਹ ਹੈਗੇ ਹੈ। ਠੀਕ ਹੈ। ਉਹਨਾਂ ਦੀ ਸ਼ਖਸੀਅਤ ਇੰਨੀ ਕੁ ਜ਼ਿਆਦਾ ਵਧੀਆ ਹੈ ਕਿ ਸ੍ਰੇਸ਼ਟ ਹੈ। ਸ੍ਰੇਸ਼ਟ ਮਤਲਬ ਸਭ ਤੋਂ ਵਧੀਆ। ਠੀਕ ਹੈ। ਅਤੇ ਸਮਕਾਲੀ ਦੌਰ ਮਤਲਬ ਜਿਹੜਾ ਚੱਲ ਰਿਹਾ ਵਾ, ਸੇਮ ਸਮਾਂ ਚੱਲਦਾ ਪਿਆ ਇਹ ਵਾਲਾ। ਠੀਕ ਹੈ। ਇਹ ਕਵੀ ਬਹੁਤ ਹੀ ਵਧੀਆ ਕਵੀ ਨੇ। ਠੀਕ ਹੈ। ਆਪ ਦਾ ਜਨਮ ਪਿੰਡ ਪੱਤੜ ਕਲਾਂ, ਜ਼ਿਲ੍ਹਾ ਜਲੰਧਰ। ਕਿੱਥੇ ਹੋਇਆ ਉਹਨਾਂ ਦਾ ਜਨਮ? ਪੱਤੜ ਕਲਾਂ, ਜ਼ਿਲ੍ਹਾ ਜਲੰਧਰ ਵਿਖੇ ਸਰਦਾਰ ਹਰਭਜਨ ਸਿੰਘ ਦੇ ਘਰ ਹੋਇਆ। ਆਪ ਦਾ ਜਨਮ ਕਿੱਥੇ ਹੋਇਆ? ਪੱਤੜ ਕਲਾਂ, ਜਲੰਧਰ ਦੇ ਏਰੀਏ ਵਿੱਚ। ਠੀਕ ਹੈ। ਜਲੰਧਰ ਜਿਹੜਾ ਆਪਣਾ ਡਿਸਟ੍ਰਿਕਟ ਹੈ, ਉੱਥੇ ਪੱਤੜ ਕਲਾਂ ਨਾਮ ਦਾ ਇੱਕ ਪਿੰਡ ਹੈ, ਉੱਥੇ ਉਹਨਾਂ ਦਾ ਜਨਮ ਹੋਇਆ। ਫਾਦਰ ਦਾ ਨਾਮ ਕੀ ਹੈ ਉਹਨਾਂ ਦਾ? ਹਰਭਜਨ ਸਿੰਘ। ਠੀਕ ਹੈ। ਪੰਜਾਬ ਤਰਾਸਦੀ ਨਾਲ ਸੰਬੰਧਿਤ ਘਟਨਾਵਾਂ। ਤਰਾਸਦੀ ਮਤਲਬ ਟਰੈਜਡੀ, ਆਪਾਂ ਜਦੋਂ ਬੋਲਦੇ ਹਾਂ ਟਰੈਜਡੀ, ਦੁੱਖ ਭਰੀਆਂ ਚੀਜ਼ਾਂ। ਠੀਕ ਹੈ। ਪੰਜਾਬ ਤਰਾਸਦੀ ਨਾਲ ਸੰਬੰਧਿਤ ਘਟਨਾਵਾਂ, ਭ੍ਰਿਸ਼ਟਾਚਾਰ, ਰਾਜਸੀ ਆਰਥਿਕ ਸੰਕਟ, ਗਰੀਬ ਵਰਗ ਅਤੇ ਆਦਿ ਮਸਲੇ ਆਪ ਦੀਆਂ ਕਵਿਤਾਵਾਂ ਦਾ ਵਿਸ਼ਾ ਹਨ। ਕੀ ਕਹਿ ਰਿਹਾ ਕਿ ਜਿਹੜੀਆਂ ਉਹਨਾਂ ਨੇ ਬਹੁਤ ਦੁੱਖ ਭਰੀਆਂ ਘਟਨਾਵਾਂ ਦੇਖੀਆਂ ਨੇ ਪੰਜਾਬ 'ਚ, ਹੈ ਨਾ। 1947 ਦਾ ਟਾਈਮ ਆਇਆ ਜਾਂ ਫਿਰ ਕੋਈ ਹੋਰ ਵੀ ਟਾਈਮ ਸੀਗਾ, ਜਾਂ 84 ਦਾ ਟਾਈਮ ਹੈ। ਠੀਕ ਹੈ। 84 ਦਾ ਟਾਈਮ ਹੈ, ਜਾਂ 92 ਦੇ ਟਾਈਮ 'ਚ ਕੁਛ ਹੋਇਆ, ਜਾਂ ਕਦੇ ਵੀ ਕੁਛ ਹੋਇਆ। ਠੀਕ ਹੈ। 71 ਦੀਆਂ ਲੜਾਈਆਂ ਹੋਈਆਂ, ਜਾਂ ਲੋਕਾਂ ਨਾਲ ਬੁਰਾ ਭਲਾ ਹੋਇਆ, ਉਸ ਬਾਰੇ ਜਿੰਨੇ ਵੀ ਦੁੱਖ ਤਕਲੀਫਾਂ ਬਾਰੇ ਸਾਰਾ ਕੁਛ ਲਿਖਿਆ ਹੋਇਆ ਉਹਨਾਂ ਨੇ। ਭ੍ਰਿਸ਼ਟਾਚਾਰ। ਠੀਕ ਹੈ। ਭ੍ਰਿਸ਼ਟਾਚਾਰ ਆਪਣੀ ਕੀ? ਕਰਪਸ਼ਨ। ਠੀਕ ਹੈ। ਰਾਜਸੀ ਆਰਥਿਕ ਸੰਕਟ। ਕੀ ਰਾਜਸੀ ਆਰਥਿਕ ਜਿਹੜਾ ਆਪਣਾ ਰਾਜਿਆਂ ਨਾਲ ਸੰਬੰਧਿਤ ਆ, ਜਾਂ ਰਾਜਨੀਤੀ ਨਾਲ ਸੰਬੰਧਿਤ ਆ, ਜਾਂ ਫਿਰ ਆਰਥਿਕ ਸੰਕਟ ਹੁੰਦੇ ਆ। ਠੀਕ ਹੈ। ਆਪਣੀ ਇਕਨੋਮਿਕਲ ਕੰਡੀਸ਼ਨ ਹੈ ਜਿਹੜੀ ਉਹ ਹੁੰਦੀ ਹੈ, ਵੀਕ ਹੁੰਦੀ ਹੈ। ਠੀਕ ਹੈ। ਉਹਨਾਂ ਬਾਰੇ ਬਹੁਤ ਸਾਰਾ ਲਿਖਿਆ ਹੋਇਆ। ਠੀਕ ਹੈ। ਗਰੀਬ ਵਰਗ ਆਦਿ ਬਾਰੇ ਲਿਖਿਆ, ਜਿਹੜੇ ਗਰੀਬ ਲੋਕ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜਿਉਂਦੇ ਆ। ਠੀਕ ਹੈ। ਉਹਨਾਂ ਬਾਰੇ ਲਿਖਿਆ। ਮਸਲੇ ਆਪ ਦੀਆਂ ਕਵਿਤਾਵਾਂ ਦਾ ਵਿਸ਼ਾ ਹਨ। ਕਹਿੰਦੇ ਜਿੰਨੇ ਵੀ ਮਸਲੇ ਹੈ ਨਾ, ਇਹ ਤੁਹਾਡੀਆਂ ਕਵਿਤਾਵਾਂ ਦਾ ਵਿਸ਼ਾ ਬਣਦੇ ਆ। ਮੇਨ ਕਿਹੜਾ ਵਿਸ਼ਾ ਕੀ ਹੈ ਇਹਨਾਂ ਦਾ? ਸੈਂਟਰ ਪੁਆਇੰਟ ਕੀ ਬਣਦੇ ਆ? ਇਹੀ ਪੁਆਇੰਟ ਬਣਦੇ ਆ। ਠੀਕ ਹੈ। ਕਵਿਤਾਵਾਂ ਦੇ ਨਾਲ ਨਾਲ ਆਪ ਦੀ ਪ੍ਰਸਿੱਧੀ ਗਜ਼ਲਾਂ ਕਰਕੇ ਵੀ ਹੋਈ ਹੈ। ਕਿ ਇਹ ਨਹੀਂ ਹੈ ਕਿ ਸਿਰਫ ਉਹਨਾਂ ਨੇ ਕਵਿਤਾਵਾਂ ਲਿਖੀਆਂ ਨੇ, ਬਹੁਤ ਸਾਰੀਆਂ ਗਜ਼ਲਾਂ ਨੇ ਜਿਹੜੀਆਂ ਉਹ ਵੀ ਬਹੁਤ ਫੇਮਸ ਹੋਈਆਂ ਉਹਨਾਂ ਦੀਆਂ। ਠੀਕ ਹੈ। ਆਪ ਦੀ ਕਵਿਤਾ ਦੀ ਬੋਲੀ ਠੇਠ ਪੰਜਾਬੀ ਸ਼ੈਲੀ ਸਾਹਿਤਕ ਅਤੇ ਬੌਧਿਕ ਹੈ। ਕਹਿੰਦੇ ਉਹਨਾਂ ਦਾ ਲਿਖਣ ਦਾ ਢੰਗ ਕੀ ਹੈ? ਪਿਓਰ ਪੰਜਾਬੀ ਦੇ ਵਿੱਚ ਲਿਖਦੇ ਆ। ਕਿਹੜੇ 'ਚ ਲਿਖਦੇ ਆ? ਪਿਓਰ ਪੰਜਾਬੀ ਦੇ ਵਿੱਚ ਲਿਖਦੇ ਆ। ਠੇਠ ਪੰਜਾਬੀ ਮਤਲਬ ਪਿਓਰ ਪੰਜਾਬੀ ਦੇ ਵਿੱਚ ਲਿਖਦੇ ਆ। ਸ਼ੈਲੀ ਕਿਸ ਤਰ੍ਹਾਂ ਦੀ ਹੈ? ਲਿਖਣ ਦਾ ਢੰਗ ਕੀ ਹੈ? ਸਾਹਿਤਕ ਆ। ਠੀਕ ਹੈ। ਅਤੇ ਬੌਧਿਕ ਆ, ਬੁੱਧੀ ਨਾਲ ਰਿਲੇਟਡ ਹੈ। ਠੀਕ ਹੈ। ਕਵਿਤਾਵਾਂ ਨੂੰ ਸਹੀ ਢੰਗ ਨਾਲ ਪ੍ਰਗਟਾਉਣ ਲਈ ਕਿਤੇ ਕਿਤੇ ਆਪ ਇਤਿਹਾਸਿਕ ਹਵਾਲੇ ਵੀ ਵਰਤ ਲੈਂਦੇ ਹਨ। ਕੀ ਕਹਿੰਦੇ ਆ ਕਿ ਜਦੋਂ ਕਵਿਤਾਵਾਂ ਲਿਖਦੇ ਆ, ਜਾਂ ਕਵਿਤਾਵਾਂ ਦੇ ਵਿੱਚ ਆਪਾਂ ਕਹਿੰਦੇ ਕਿ ਐਗਜ਼ਾਮਪਲਸ ਦੇਣੀ ਆ ਆਪਾਂ। ਠੀਕ ਹੈ। ਕਿ ਐਗਜ਼ਾਮਪਲਸ ਦੇ ਥਰੂ ਉਹ ਸਮਝਾਉਣਾ ਚਾਹੁੰਦੇ ਆ, ਤਾਂ ਉਹ ਕਹਿੰਦੇ ਹਿਸਟੋਰੀਕਲ ਜਿਹੜੇ ਹੈਗੇ ਆ ਨਾ ਆਈਡੀਆਜ਼ ਨੂੰ ਲੈ ਲੈਂਦੇ ਆ। ਠੀਕ ਹੈ। ਉਹਨਾਂ ਨੂੰ ਐਗਜ਼ਾਮਪਲ ਬਣਾ ਲੈਂਦੇ ਆ ਆਪਦੀਆਂ ਕਵਿਤਾਵਾਂ ਦੇ ਵਿੱਚ। ਹਵਾ ਵਿੱਚ ਲਿਖੇ ਹਰਫ, ਬਿਰਖ ਅਰਜ ਕਰੇ। ਬਿਰਖ ਮਤਲਬ ਰੁੱਖ। ਠੀਕ ਹੈ। ਹਨੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਸੁਰਜਮੀਨ ਆਦਿ ਕਾਵ ਰਚਨਾਵਾਂ ਆਪ ਨੇ ਪੰਜਾਬੀ ਸਾਹਿਤ ਨੂੰ ਦਿੱਤੀਆਂ। ਕਹਿੰਦੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਕੀ ਹੈ, ਪੰਜਾਬੀ ਕਾਵ ਰਚਨਾਵਾਂ ਇਹਨਾਂ ਨੇ ਕੀਤੀਆਂ ਨੇ, ਕਿ ਇਹ ਸਾਹਿਤਕ ਬੁੱਕ ਅੱਜ ਤੱਕ ਪਬਲਿਸ਼ ਹੋ ਚੁੱਕੀਆਂ ਨੇ। ਠੀਕ ਹੈ ਜੀ। ਹੁਣ ਆਪਾਂ ਜੋ ਆਪਣੀ ਬੁੱਕ ਦੇ ਵਿੱਚ ਕਾਵ ਕਥਾ ਸੰਵੇਦਨਾ ਦੇ ਵਿੱਚ ਜਿਹੜੀ ਪੋਇਮ ਰਚੀ ਗਈ ਹੈ ਜਾਂ ਦਰਜ ਕੀਤੀ ਗਈ ਹੈ, ਉਹ ਕਿਹੜੀ ਹੈ? ਹਨੇਰਾ ਜਰੇਗਾ ਕਿਵੇਂ। ਬਹੁਤ ਪਿਆਰੀ ਪੋਇਮ ਹੈ। ਜੇ ਇਹਨੂੰ ਆਪਾਂ ਬਹੁਤ ਧਿਆਨ ਨਾਲ ਪੜ੍ਹੀਏ, ਕਵਿਤਾ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਹੈ ਅਤੇ ਅਸਲੀਅਤ ਨਾਲ ਜੁੜੀ ਹੋਈ ਹੈ। ਠੀਕ ਹੈ। ਸੁਰਜੀਤ ਪਾਤਰ ਦੀ ਲਿਖੀ ਹੋਈ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ। ਕਹਿੰਦੇ ਕੀ ਆ ਕਿ ਜੇ ਕਹਿੰਦਾ ਮੈਂ ਚੁੱਪ ਰਹਿਣਾ ਹੈ ਤਾਂ ਹਨੇਰਾ ਕਿਵੇਂ ਕੀ ਕਹੂਗਾ, ਜਾਂ ਕਿਵੇਂ ਇਹ ਹਨੇਰੇ ਨੂੰ ਜਰੂੰਗਾ ਕਿਵੇਂ। ਹੁਣ ਜਦੋਂ ਆਪਣੇ 'ਤੇ ਕੋਈ ਬੁਰੀ ਚੀਜ਼ ਹੁੰਦੀ ਹੈ, ਜਾਂ ਹਨੇਰਾ ਮਤਲਬ ਦੁੱਖਾਂ ਨੂੰ ਕਿਹਾ ਗਿਆ। ਠੀਕ ਹੈ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ। ਜੇ ਕਹਿੰਦਾ ਮੈਂ ਚੁੱਪ ਰਹਿਣਾ ਤਾਂ ਲੋਕ ਕੀ ਕਹਿਣਗੇ, ਜਾਂ ਸਮਾਧਾਨ ਆ ਜਿਹੜੇ ਆਸ ਪਾਸ ਦੇ ਲੋਕ ਹਨ ਉਹ ਕੀ ਕਹਿਣਗੇ।
जे मैं चुप रहना तां भी मारिया जाना, जे मैं कहते बोल के दसदा कुछ फिर कहते मेथों हनेरा जरिया नहीं जाता, दुख जरिया नहीं जाता। ठीक है। गीत दी मौत इस रात जे हो गई, मेरा जीना मेरे यार किंज सहणगे। की कहते हैं, कहते जे मेरे गीत की जी मौत है, गीत मतलब जो लिख रहे हैं, पोएमा लिखते हैं, कवितावां लिखते हैं, या किसी के भले लिए कुछ करते हैं, है ना, लिख के कुछ भला करते हैं। तो कहते जे इस गीत की मौत अज रात होगी, मेरा जीना मेरे यार किंज सहणगे। कहते जो मेरा जिउणा वा वो किद्दां सहा किवें जाऊ, मैं किवें सह सकदा, जां मेरे यार मैनूं यार बेली आ, जां मेरे दोस्त मित्र वो की कहणगे कि तू तो इन्ना वधिया लिखदा जां जिवें है। ठीक है। कि जे अज मेरे गीत की मौत हो गई, जे अज मतलब मैं किसी के हक लिए ना बोलिया, तो इसका मतलब यह है कि मैनूं लोग ताने मेहने मारनगे। ठीक है जी। इस अदालत च बंदे विरख हो गए, कहते जिहड़ियां अदालतां ने, ठीक है, अदालतां चलदियां बहुत, जिहड़े उदों दे जिन्ने भी केस वगैरह होंदे हैं ना, वो बहुत लंबे लंबे चलते रहते हैं, उन्हां दी गल कर रहे हैं। इस अदालत च बंदे विरख हो गए, फैसले सुनदियां सुनदियां सुक गए। कहते ये जिहड़ियां अदालतां ने ना, अदालतों के 20-20 साल 10-10 साल केस चलते रहते हैं, पर कोई फैसला नहीं कोई चजदा होंदा। ठीक है। उस करके की कहते हैं कि फैसले सुनदियां सुनदियां लोग सुक गए उत्थे, कि सुक जाना मतलब कि बुढ़े हो जाना। सपोज करो जवानी के केस शुरू होया सी, तो हौली हौली बुढ़ापा आ गया, पर वो केस का हजे तक कोई सल्यूशन नहीं मिले। ठीक है। इस करके की कहते इस अदालत च बंदे विरख हो गए, मतलब सुक गए बंदे, दरख्त हो गया, दरख्त क्योंकि एक थां खड़ा रहिंदा ना, उसकी गल की। आखो इन्हों उजड़े घरी जान हुण, ये कदों तक इत्थे खड़े रहणगे, क्योंकि इन्ने टाइम हो गए अदालतों के विच केस चलदे हैं। तो इस वजह नाल की हो गया कि रुख जिहड़े वो रुख बन गए, बंदे जिहड़े रुखां की तरह खड़े आ, तो उन्होंने घर आ जिहड़े पिछे उजड़ गया, क्योंकि जो आप अदालत के विच केस लड़ते हैं, ठीक है, कितना कुछ जाता है, बहुत कुछ चला जाता है। वो यही कहना चाहते हैं कि मतलब उन्होंने जोड़े घर उजड़ गए है, उजड़ना मतलब क्यों, क्योंकि अदालतों के किन्ने पैसे लगते हैं। ठीक है। घर बार छड़ के तरीका भुगतन जाते हैं। ठीक है। वो कहते कि आखो इन्हों उजड़े घरी जान, कि ये वापस चले जान, ये कदों तक इत्थे खड़े रहणगे, कि ये फैसले सुन ले कि आपके हक में होगी गल, कदों तक कहते इदां ही खड़े रहणगे। ठीक है। यार मेरे जो इस आस ते मर गए, कि मैं उन्हां दे दुख दा बनावांगा गीत, जे मैं चुप ही रहा, जे मैं कुछ ना कहा, बन के रूहां सदा भटकते रहणगे। वो की कहते हैं यार मेरे जो इंज आस ते मर गए, कहते मेरे बहुत सारे यार आ जिहड़े वो इस आस ते मर गए कि मैं उन्हां दे दुखां नूं आपदे गीतां चों करूँगा, मैं आपदे गीतां दे विच उन्हां दुखां नूं लिखूँगा। ठीक है। तो कहता जे कि मतलब कहने का मतलब की है, क्योंकि आस होंदी है ना, जिहड़ा इंसान कुछ कर सकदा हुंदा है, उहदे तो आस होंदी है कि वो साडे हक च बोल सकदा है, साडे हक लई लड़ सकदा है। तो वही कहता कि मेरे यार आ जिहड़े वो बहुत इस आस ते ही मर गए कि उन्हां लई दे दुखां नूं मैं गीतां विच उतारूंगा। ठीक है। जे मैं चुप ही रहा, जे मैं कुछ ना कहा, बन के रूहां सदा भटकते रहणगे। जे कहता मैं इन्हां जिहड़ियां समाज दे विच बहुत सारियां माड़ियां चीज़ां ने, ठीक है, समाजिक बुराइयां ने, बीत रही ने, ठीक है, लोगों नाल गलत हो रहा, जे कहता मैं इन्हां बारे कुछ बोलिया ना, जे मैं चुप रहा, तो कहता जिहड़ियां रूहां ने ना, जिहड़ियां आसां रखदियां ने मेरे तो कि मैं उन्हां दे हक लई कुछ लिखूँगा, जां मैं उन्हां दे हक लई कुछ करूँगा, कहता वो की भटकदियां रहणगियां सदा लई। जो विदेशों च रुलते हैं रोज़ी लई, रोज़ी मतलब रोटी लई, ठीक है, रोटी आप जो कमाउण लई, कमाई लई, ठीक है, जो विदेशों च रुलते हैं रोज़ी लई, वो जदों देश परतणगे अपने कदी, कुछ तां सेकणगे माँ के सिवे दी अगन, बाकी कबरां दे रुख हेठ जा बहणगे। वो की कह रहे हैं कि जो विदेशों में आपकी रोटी रोज़ी लई, ठीक है, आपकी कमाइयां लई, अपने घर नूं चलाउण लई जाके उत्थे वसदे आ, ठीक है, वो जो कहते वापस आउणगे लिखो, वो जदों देश परतणगे मतलब जो अपने देश वापस आउणगे, ठीक है, पंजाब वापस आउणगे, कुछ तां सेकणगे माँ के सिवे दी अगन, कहते कुछ तां इदां दे आ कि जो माँ के सिवे दी अगन सेकणगे, क्योंकि वो कुछ दिन हम जो चले जाते हैं, उन्होंने मावां दी डैथ हो जाती है, पर वो कदे वापस नहीं आते, ठीक है, विदेशों में ही रह जाते हैं, बाकी कबरां दे रुख हेठ जा बहणगे, कहते कुछ इदां दे कि कईयां दी कबरां भी बन गई होणियां, ठीक है, जो वो वापस आते ना विदेशों में, उदों उन्हों दी कबरां भी बन चुकियां होंदियां ने, तां करके कहता यह जे मतलब कमाइयां दे करके आपदे रिश्तेदार नाते भी खोए जाते हैं कईयां तो, कि ये इंसाफ हौमे दे पुत्त करनगे, हौमे मतलब हंकारी जिहड़े लोग हुंदे, कहते जिहड़ा कि ये आपां एक क्वेश्चन पुछया सुरजीत पात्र ने कि जिहड़ा इहदा इंसाफ है कि ये लगता है कि हौमे दे पुत्तर करनगे जिन्हां दे विच बहुत हंकार भरिया होया,
कि ये खामोश पत्थर ते बुत करनगे, ਜਿਹੜੇ ਕਹਿੰਦੇ ਜਿਹੜੇ ਖਾਮੋਸ਼ ਨੇ ਲੋਕ ਕਿ ਬੁੱਤਾਂ ਵਾਂਗੂ ਖੜੇ ਨੇ, ਠੀਕ ਹੈ, ਕਿ ਇਹ ਇਨਸਾਫ ਕਰਨਗੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਲੋਕਾਂ ਨਾਲ ਬਹੁਤ ਗਲਤ ਹੋਇਆ, ਠੀਕ ਹੈ। ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ ਸੂਰਜ ਚੜ੍ਹਨ ਲੈਣਗੇ। ਕਹਿੰਦੇ ਜਿਹੜੇ ਹੁਣ ਇੱਕ ਵਾਰ ਮਰ ਗਿਆ ਬੰਦਾ ਹੈ ਨਾ, ਜਿਹੜਾ ਇਨਸਾਨ ਚਲਾ ਹੀ ਗਿਆ ਦੁਨੀਆ ਤੋਂ, ਉਹਨੂੰ ਇਨਸਾਫ ਨਹੀਂ ਮਿਲਿਆ, ਠੀਕ ਹੈ, ਉਹਨਾਂ ਦੇ ਕਹਿੰਦੇ ਉਹਨਾਂ ਦਾ ਤਾਂ ਕੋਈ ਨੁਕਸਾਨ ਨਹੀਂ ਨਾ ਹੋਇਆ, ਜਿਨ੍ਹਾਂ ਨੇ ਕੋਈ ਫੈਸਲਾ ਨਹੀਂ ਦਿੱਤਾ। ਨੁਕਸਾਨ ਕਿਹਨਾਂ ਦਾ ਹੋਇਆ? ਜਿਨ੍ਹਾਂ ਨੂੰ ਕੋਈ ਫੈਸਲਾ ਮਿਲਿਆ ਨਹੀਂ, ਠੀਕ ਹੈ। ਰਾਜ ਬਦਲਣਗੇ, ਕਹਿੰਦੇ ਰਾਜ ਬਦਲਦੇ ਰਹਿਣੇ ਆ, ਕਦੇ ਕੋਈ ਆ ਗਿਆ ਮਿਨਿਸਟਰ, ਕਦੇ ਕੋਈ ਬਣ ਗਿਆ। ਸੂਰਜ ਚੜ੍ਹਨ ਲੈਣਗੇ, ਕਹਿੰਦੇ ਸੂਰਜ ਚੜ੍ਹਦੇ ਲੈਣੇ ਹੀ ਰਹਿਣੇ ਆ, ਠੀਕ ਹੈ। ਕਦੇ ਸੂਰਜ ਚੜ੍ਹ ਗਿਆ, ਕਦੇ ਲੈ ਗਿਆ, ਹਰ ਰੋਜ਼ ਨਵਾਂ ਦਿਨ ਚੜ੍ਹ ਜਾਂਦਾ। ਪਰ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਨਹੀਂ ਮਿਲਿਆ, ਠੀਕ ਹੈ। ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੋ ਮਰਮਰ ਤੇ ਉਕਰੇ ਨੇ ਮਿਟ ਜਾਣਗੇ। ਕਹਿੰਦੇ ਜਿਹੜੇ ਰੰਗਾਂ ਦੇ ਵਿੱਚ ਚਿੱਤਰੇ ਨੇ ਨਾ, ਜਿਵੇਂ ਆਪਾਂ ਕਹਿੰਦੇ ਨਾ ਕਿ ਪੇਂਟਿੰਗ ਬਣਾਤੀ ਜਾਂ ਮੂਰਤੀਆਂ ਉਕਾਰਤੀਆਂ, ਕਹਿੰਦੇ ਜਾਂ ਮਰਮਰ ਤੇ ਉਕਰੇ ਨੇ ਮਿਟ ਜਾਣਗੇ। ਕਹਿੰਦੇ ਜਿਹੜੇ ਰੰਗਾਂ ਦੇ ਵਿੱਚ ਲਿਖੇ ਹੋਏ ਆ ਜਾਂ ਚਿੱਤਰੇ ਹੋਏ ਆ, ਹੈ ਨਾ, ਉਹ ਵੀ ਕਹਿੰਦੇ ਖੁਰ ਜਾਣੇ ਨੇ ਇੱਕ ਦਿਨ। ਅਤੇ ਜਿਹੜੇ ਮਰਮਰ ਇੱਕ ਪੱਥਰ ਹੁੰਦਾ ਨਾ, ਚਿੱਟਾ ਪੱਥਰ ਹੁੰਦਾ, ਸੰਗਮਰਮਰ ਜਿਹਨੂੰ ਕਹਿੰਦੇ ਆ, ਉਹ ਵਾਲਾ, ਕਹਿੰਦੇ ਜਿਹੜੇ ਉਹਨਾਂ ਦੇ ਵਿੱਚ ਉਕਰੇ ਹੋਏ ਆ ਉਹ ਵੀ ਮਿਟ ਜਾਣੇ ਆ ਇੱਕ ਦਿਨ। ਬਦਲੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ। ਜਿਹੜੇ ਕਹਿੰਦੇ ਬਦਲੇ ਹੱਥਾਂ ਵਿੱਚ ਆ ਨਾ, ਜਿਨ੍ਹਾਂ ਦੇ ਵਿੱਚ ਮਤਲਬ ਕੋਈ ਆਸ ਹੈ, ਠੀਕ ਹੈ, ਉਹਨਾਂ ਨੇ ਜਿਹੜੀਆਂ ਲਿਖਤੀਆਂ ਚੀਜ਼ਾਂ ਜਿਹੜੇ ਹਵਾ ਵਿੱਚ ਲਿਖੇ ਆ, ਜਿਹੜੇ ਹਵਾ ਦੇ ਵਿੱਚ ਕਹਿੰਦੇ ਫੈਲੀ ਆ ਨਾ ਕਿ ਮਾੜੀ ਚੀਜ਼ ਜਾਂ ਜਿਹੜੇ ਫਿਰਕੂ ਲੋਕ ਆ ਉਹਨਾਂ ਦੇ ਖਿਲਾਫ ਫੈਲੀ ਆ, ਕਹਿੰਦੇ ਉਹ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ। ਜਿਹੜੇ ਦਿਲ ਵਿੱਚ ਜਜ਼ਬਾ ਜਾਗੇ ਨਾ ਅਸੀਂ ਕਿ ਗਲਤ ਦੇ ਖਿਲਾਫ ਕੁਛ ਕਰਨਾ ਹੈ, ਆਪਦੇ ਹੱਕਾਂ ਲਈ ਕੁਛ ਕਰਨਾ, ਕਹਿੰਦੇ ਉਹੀ ਸਿਰਫ ਅੱਖਰ ਆ, ਜਿਹੜੇ ਹਰਫ ਮਤਲਬ ਅੱਖਰ ਉਹੀ ਕਹਿੰਦੇ ਲਿਖੇ ਰਹਿਣੇ ਆ ਜਿਹੜੇ ਹਵਾ ਦੇ ਵਿੱਚ ਪਹੁੰਚ ਗਏ ਆ ਜਾਂ ਲੋਕਾਂ ਦੇ ਵਿੱਚ ਪਹੁੰਚ ਗਈ ਇਹ ਚੀਜ਼, ਠੀਕ ਹੈ ਜੀ। ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕਹਿੰਦੇ ਇਹ ਵੀ ਸੁਰਜੀਤ ਪਾਤਰ ਕੀ ਕਹਿੰਦਾ, ਕਹਿੰਦਾ ਮੈਨੂੰ ਵਹਿਮ ਜਿਹਾ ਹੀ ਲੱਗਦਾ ਇਹ ਵੀ, ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ। ਕਹਿੰਦਾ ਮੈਨੂੰ ਇਹ ਵਹਿਮ ਹੈ ਕਿ ਕੋਈ ਦੀਵਾ ਇੱਕ ਦਿਨ ਜਗੂਗਾ ਮੇਰੀ ਕਬਰ 'ਤੇ, ਜਿਸ ਦਿਨ ਮੈਂ ਕੋਈ ਮਤਲਬ ਮੇਰੇ ਜਾਣ ਤੋਂ ਬਾਅਦ ਜੋ ਮੈਂ ਕਵਿਤਾਵਾਂ ਲਿਖੀਆਂ ਜਾਂ ਜੋ ਮੈਂ ਲੋਕਾਂ ਦੇ ਭਲੇ ਲਈ ਕੁਛ ਕਰਨ ਦੀ ਕੋਸ਼ਿਸ਼ ਕਰਦਾ, ਠੀਕ ਹੈ। ਜੇ ਹਵਾ ਵਿੱਚ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ। ਕਹਿੰਦੇ ਜੇ ਹਵਾ 'ਚ ਹੀ ਰਹੀ ਨਾ ਇਹ ਗੱਲ ਜਾਂ ਕਬਰਾਂ ਤੱਕ ਹੀ ਰਹੀ, ਠੀਕ ਹੈ, ਕਹਿੰਦਾ ਫਿਰ ਤਾਂ ਸਾਰੇ ਘਰਾਂ ਦੇ ਵਿੱਚ ਕੀ ਆ, ਦੀਵੇ ਬੁਝੇ ਹੀ ਰਹਿਣੇ ਆ। ਕਹਿੰਦੇ ਜੇ ਆਪਾਂ ਕਿਸੇ ਦੇ ਮਤਲਬ ਜੋ ਸਾਡੇ ਨਾਲ ਬੁਰਾ ਹੁੰਦਾ ਹੈ, ਜੇ ਉਸ ਬੁਰੇ ਦੇ ਖਿਲਾਫ ਅਸੀਂ ਆਪਦੇ ਹੱਕ ਲਈ ਆਪਣੇ ਸੱਚ ਲਈ ਲੜ ਨਾ ਸਕੇ ਤਾਂ ਕਹਿੰਦੇ ਸਿਰਫ ਹਵਾ 'ਚ ਜਾਂ ਰਹਿ ਜਾਣੇ ਆ ਜਾਂ ਕਬਰਾਂ 'ਚ ਹੀ ਰਹਿ ਜਾਣੇ ਆ, ਉਦੋਂ ਬਿਨਾਂ ਕੁਛ ਨਹੀਂ ਮਿਲਣਾ ਸਾਨੂੰ, ਠੀਕ ਹੈ ਜੀ। ਇਸੇ ਸੁਰਜੀਤ ਪਾਤਰ ਦੀ ਕਵਿਤਾ ਹਨੇਰਾ ਜਰੇਗੀ ਕਿਵੇਂ, ਅਤੇ ਇਹਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ। ਥੈਂਕ ਯੂ।